ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਵੀ ਕਿਸਾਨਾਂ ਨੂੰ ਹਮਾਇਤ ਦਿੱਤੀ ਗਈ ਹੈ ਤੇ ਐਲਾਨ ਕੀਤਾ ਗਿਆ ਜਿੱਥੋਂ ਤੱਕ ਇਹਨਾਂ ਦਾ ਸੰਘਰਸ਼ ਚੱਲਿਆ ਹਰ ਹਾਲਤ ਵਿੱਚ ਸਹਿਯੋਗ ਕੀਤਾ ਜਾਊਗਾ। ਤੇ ਜਿੱਥੇ ਲੋਕ ਮਾਰੂ ਨੀਤੀਆਂ ਨੇ ਸਰਕਾਰ ਦੀਆਂ ਉੱਥੇ ਅਸੀਂ ਲੋਕਾਂ ਦੇ ਨਾਲ ਖੜ ਕੇ ਹਰ ਤਰ੍ਹਾਂ ਦੀ ਜਿਹੜਾ ਸੰਘਰਸ਼ ਲੜਨ ਨੂੰ ਤਿਆਰ ਆ। ਬੇਸ਼ੱਕ ਸਾਨੂੰ ਜਾਨਾਂ ਲੈਣੀਆਂ ਪਈਆਂ ਜਾਂ ਜਾਨਾਂ ਦੇਣੀਆਂ ਪਈਆਂ ਤੇ ਅਸੀਂ ਪਰਵਾਹ ਨਹੀਂ ਕਰਾਂਗੇ। ਇੰਡੀਆ ਲੈਵਲ ਦਾ ਇੱਕ ਲੀਡਰ ਆਇਆ ਸੀ ਜਿਹਦੀਆਂ ਤਾਰਾਂ ਬੀਜੇਪੀ ਨਾਲ ਜੁੜਦੀਆਂ, ਤਾਂ ਜਦੋਂ ਅਸੀਂ ਉਹਨਾਂ ਦੀ ਪੜਚੋਲ ਤੇ ਪਏ ਤੇ ਜਿਹੜਾ ਇੱਥੋਂ ਮਲੋਟ ਦਾ ਹੈ ਗਗਨਦੀਪ ਸਿੰਘ ਲੱਖੋਵਾਲ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਸੀ, ਉਹਨਾਂ ਦੀਆਂ ਤਾਰਾਂ ਵੀ ਆਰਐਸਐਸ ਨਾਲ ਜੁੜਦੀਆਂ ਬੀਜੇਪੀ ਤੋਂ ਗਾਂਹ ਜਾ ਕੇ। ਜਦੇ ਬੀਜੇਪੀ ਨੇ ਜਥੇਬੰਦੀ 'ਚ ਇੱਕ ਆਪਦਾ ਜਥੇਬੰਦਕ ਲਿਬਾਸ ਦੇ ਕੇ ਗਗਨਦੀਪ ਨੂੰ ਭੇਜਿਆ ਸੀ, ਜਿਹਦਾ ਪਰਦਾਫਾਸ਼ ਇੱਥੇ ਹੋਇਆ। ਇਹਨਾਂ ਨੂੰ ਵੇਖਣਾ ਚਾਹੀਦਾ ਹੈ ਕਿ ਬੀਜੇਪੀ ਦਾ ਕੋਈ ਕਾਰਕੁਨ ਤਾਂ ਨਹੀਂ ਆਪਣੇ ਕੋਈ ਪ੍ਰਧਾਨ ਬੈਠਾ, ਕੁਛ ਉਹਨਾਂ ਨੂੰ ਘੋਖ ਕਰ ਲੈਣੀ ਚਾਹੀਦੀ ਹੈ। ਜਿਵੇਂ ਹੁਣ ਆਪਣੇ ਹਲਕੇ ਦਾ ਹੀ ਇੱਕ ਨਿਕਲਿਆ ਇੱਥੋਂ, ਇਹ ਢਾਹ ਲਾਉਣ ਵਾਲੀ ਗੱਲ ਸੀ ਨਾ, ਜੇ ਨਾ ਪਤਾ ਲੱਗਦਾ ਤਾਂ ਢਾਹ ਲੱਗੀ ਗਈ ਸੀ। ਮੈਂ ਇੱਕ ਬੇਨਤੀ ਕਰੂੰਗਾ ਬੀਜੇਪੀ ਦੇ ਕਾਰਕੁਨਾਂ ਨੂੰ, ਬਈ ਆਹ ਭੰਗੜੇ ਬੰਦ ਕਰੋ। ਇਹ ਲੋਕ ਹੈ ਨਾ, ਕਿਸਾਨ ਹੈ, ਕੋਈ ਮਜ਼ਦੂਰ ਹੈ, ਕੋਈ ਵੀ ਹੈ, ਇਹ ਲੋਕ ਇਹੋ ਜਿਹੇ ਹੈ, ਪੰਜਾਬ ਦੇ ਸੂਰਵੀਰ ਲੋਕ ਹੈ। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਅੱਜ ਜਿਹੜਾ ਸੱਦਾ ਦਿੱਤਾ ਸੀਗਾ ਕੇਂਦਰ ਸਰਕਾਰ ਦੇ ਖਿਲਾਫ 12 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਆ ਰਸਤੇ ਜਾਮ ਕਰਨੇ ਸੀ। ਪੰਜਾਬ ਭਰ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ। ਅਸੀਂ ਖੜੇ ਆ ਮਲੋਟ ਦੇ ਤਕੋਨੀ ਚੌਂਕ ਦੇ ਵਿੱਚ, ਜਿੱਥੇ ਹਬੋਰ ਤੋਂ, ਗੰਗਾ ਨਗਰ ਤੋਂ, ਬਠਿੰਡਾ ਸਾਈਡ ਤੋਂ ਅਤੇ ਡੱਬ ਵਾਲੀ ਸਾਈਡ ਤੋਂ ਤੇ ਮੁਕਤਸਰ ਸਾਈਡ ਤੋਂ ਜਿਹੜੇ ਵਹੀਕਲ ਆਵਾਜਾਈ ਲਈ ਆਉਂਦੇ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਕਿਸਾਨ ਹਰੇਕ ਰਸਤੇ ਦੇ ਉੱਤੇ ਬੈਠੇ ਨੇ। ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਵਿਰੋਧ ਦੂਣਾ ਤੀਣਾ ਹੋ ਰਿਹਾ ਹੈਗਾ, ਕਿਉਂਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੋਈ ਰਾਏ ਮਸ਼ਵਰਾ ਕੀਤੇ ਬਿਨਾਂ ਹੀ ਇਹ ਆਰਡੀਨੈਂਸਾਂ ਨੂੰ ਹਰੀ ਝੰਡੀ ਦੇਤੀ ਤੇ ਪਾਸ ਵੀ ਕਰਵਾ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਇੱਕ ਆਰਡੀਨੈਂਸ ਜਿਹੜੇ ਹੈਗੇ ਆ, ਕਿਸਾਨਾਂ ਦਾ ਕਹਿਣਾ ਹੈ ਕਿਸਾਨ ਮਾਰੂ ਨੇ ਤੇ ਕਿਸਾਨ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਦੀ ਬਹੁਤ ਵੱਡੀ ਸਾਜ਼ਿਸ਼ ਹੈਗੀ ਹੈ, ਜਿਹਦੇ ਵਿੱਚ ਅੱਜ 30 ਕਿਸਾਨ ਜਥੇਬੰਦੀਆਂ ਦਾ ਜਿਹੜਾ ਪ੍ਰੋਟੈਸਟ ਹੈਗਾ ਮਲੋਟ ਦਾਣਾ ਮੰਡੀ ਦੇ ਵਿੱਚ। ਸਾਡੇ ਨਾਲ ਕਿਸਾਨ ਆਗੂ ਨੇ, ਗੱਲ ਕਰਦੇ ਹਾਂ ਜੀ ਬਾਈ ਨਿਰਮਲ ਸਿੰਘ ਜੀ ਸਿੱਧੂਪੁਰ ਤੋਂ। ਇਹ ਕੀ ਅੱਜ ਦਾ ਜਿਹੜਾ ਪ੍ਰੋਟੈਸਟ ਹੈਗਾ ਜੀ, ਕਿੰਨੀਆਂ ਜਥੇਬੰਦੀਆਂ ਵੱਲੋਂ ਸੀਗਾ ਤੇ ਅੱਜ ਲੱਖੋਵਾਲ ਜਿਹੜੀ ਜਥੇਬੰਦੀ ਉਹ ਨਜ਼ਰ ਨਹੀਂ ਆ ਰਹੀ? ਜਿਹੜੀ ਲੱਖੋਵਾਲ ਦੀ ਗੱਲ ਕੀਤੀ ਹੈ, ਪਰ ਸਾਡਾ 31 ਜਥੇਬੰਦੀਆਂ ਸੀ, ਲੈਣ ਟੁੱਟ ਕੇ ਇੱਕ ਜਥੇਬੰਦੀ ਬਾਹਰ ਗਈ ਹੈ, ਲੱਖੋਵਾਲ ਨੂੰ ਸਸਪੈਂਡ ਕੀਤਾ ਗਿਆ। ਜਿਹੜਾ ਤੁਸੀਂ ਮੁਕਤਸਰ ਦੇ ਵਿੱਚ ਜਿਹੜਾ ਆਪਣਾ ਇਹੀ ਮੰਡੀ ਆ, ਮੰਡੀ ਮਲੋਟ ਹੈ, ਇਹਦੇ ਵਿੱਚ ਪਿਛਲੇ ਦਿਨੀ ਇੱਕ ਲੱਖੋਵਾਲ ਨੇ ਸਪੈਸ਼ਲ ਕਿਸਾਨ ਜਥੇਬੰਦੀਆਂ 31 ਦੇ ਲੈਂਸ ਨੂੰ ਤੋੜ ਕੇ ਇੱਕ ਵੱਖਰੀ ਜਿਹੜੀ ਕੀਤੀ ਸੀ ਕਾਨਫਰੰਸ। ਉਹਦੇ ਵਿੱਚ ਇੰਡੀਆ ਲੈਵਲ ਦਾ ਇੱਕ ਲੀਡਰ ਆਇਆ ਸੀ ਜਿਹਦੀਆਂ ਤਾਰਾਂ ਬੀਜੇਪੀ ਨਾਲ ਜੁੜਦੀਆਂ, ਤਾਂ ਜਦੋਂ ਅਸੀਂ ਉਹਨਾਂ ਦੀ ਪੜਚੋਲ ਤੇ ਪਏ ਤੇ ਜਿਹੜਾ ਇੱਥੋਂ ਮਲੋਟ ਦਾ ਹੈ ਗਗਨਦੀਪ ਸਿੰਘ ਲੱਖੋਵਾਲ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਸੀ, ਉਹਨਾਂ ਦੀਆਂ ਤਾਰਾਂ ਵੀ ਆਰਐਸਐਸ ਨਾਲ ਜੁੜਦੀਆਂ ਬੀਜੇਪੀ ਤੋਂ ਗਾਂਹ ਜਾ ਕੇ। ਉਹ ਤਿੱਬਤ ਸੰਚਾਲਨ ਮੰਚ ਦਾ ਜਿਹੜਾ ਪੰਜਾਬ ਲੈਵਲ ਦਾ ਆਗੂ ਹੈ ਗਗਨਦੀਪ ਸਿੰਘ, ਔਰ ਜਿਹੜਾ ਬੀਜੇਪੀ ਹੈ ਆਰਐਸਐਸ ਦਾ ਜਿਹੜਾ ਸਰਾਵਾਂ ਬੋਤਲਾ ਮੰਡਲ ਹੈ, ਦੂਜਾ ਕਬਰ ਵਾਲਾ ਮੰਡਲ ਹੈ, ਇਸ ਏਰੀਏ ਦਾ ਜਿਹੜਾ ਉਹ ਸਰਕਲ ਪ੍ਰਧਾਨ ਆ, ਤਾਂ ਲੱਖੋਵਾਲ ਨੇ ਚੱਕ ਕੇ ਉਹਨਾਂ ਨੂੰ ਜਿਹੜਾ ਜ਼ਿਲ੍ਹਾ ਪ੍ਰਧਾਨ ਬਣਾਤਾ ਸੀ। ਸਾਡੀਆਂ ਜਥੇਬੰਦੀਆਂ ਦਾ ਜਦੋਂ ਸੰਵਿਧਾਨ ਬਣਿਆ ਉਦੋਂ ਇਹ ਸੀ ਵੀ ਤੁਸੀਂ ਪਿੰਡ ਦੀ ਚੋਣ ਵੀ ਨਹੀਂ ਲੜ ਸਕਦੇ, ਜੇਕਰ ਤੁਸੀਂ ਜਥੇਬੰਦੀ ਦਾ ਆਗੂ ਬਣਨਾ, ਤਾਂ ਜੇ ਬਲਾਕ ਦਾ ਆਗੂ ਬਣਨਾ ਤਾਂ ਤੁਸੀਂ ਮੈਂਬਰੀ ਦੀ ਚੋਣ ਨਹੀਂ ਲੜ ਸਕਦੇ। ਪਰ ਇਹ 4 ਅਹੁਦੇ ਸਾਂਭੀ ਬੈਠਾ ਸੀ। ਬੀਜੇਪੀ ਨੇ ਜਥੇਬੰਦੀ 'ਚ ਇੱਕ ਆਪਦਾ ਜਥੇਬੰਦਕ ਲਿਬਾਸ ਦੇ ਕੇ ਗਗਨਦੀਪ ਨੂੰ ਭੇਜਿਆ ਸੀ, ਜਿਹਦਾ ਪਰਦਾਫਾਸ਼ ਇੱਥੇ ਹੋਇਆ ਔਰ ਲੱਖੋਵਾਲ ਦੇ ਪੁੱਤ ਦਾ ਹੋਇਆ। ਕਿਉਂਕਿ ਜਿੱਥੇ ਅਸੀਂ ਬੀਜੇਪੀ ਦੇ ਖਿਲਾਫ ਲੜ ਰਹੇ ਹਾਂ, ਬੀਜੇਪੀ ਦੇ ਖਿਲਾਫ ਅਸੀਂ ਲੜ ਰਹੇ ਹਾਂ, ਅਸੀਂ ਲੈਣਾ ਤੇ ਬੈਠੇ ਹਾਂ। ਸਾਡਾ ਜਿਹੜਾ ਇੰਡੀਆ ਲੈਵਲ ਦਾ ਆਗੂ ਆ ਰਿਹਾ ਕਿਸਾਨਾਂ ਦਾ ਮਕੌਟਾ ਪਹਿਨ ਕੇ, ਉਹ ਬੀਜੇਪੀ ਦੇ ਜਿਹੜਾ ਆਪਣੇ ਫਾਜ਼ਿਲਕਾ ਤੋਂ ਆਗੂ ਆ ਬੀਜੇਪੀ ਦਾ, ਉਹਦੇ ਘਰੇ ਜਾ ਕੇ ਚਾਹ ਪੀਂਦਾ। ਸਾਡੀਆਂ ਜਥੇਬੰਦੀਆਂ ਉਹਨਾਂ ਦਾ ਘਰਾਓ ਕਰ ਰਹੀਆਂ, ਉਹ ਚਾਹ ਪੀ ਰਹੇ ਆ, ਤੇ ਸਾਨੂੰ ਜਿਹੜਾ ਹੈਗਾ ਬਿਲਕੁਲ ਜਿਹੜਾ ਕਲੀਅਰ ਕੱਟ ਪਤਾ ਲੱਗ ਗਿਆ ਵੀ ਲੱਖੋਵਾਲ ਜਿਹੜਾ ਬੀਜੇਪੀ ਦੇ ਹੱਥਾਂ 'ਚ ਖੇਡ ਗਿਆ। ਉਹ ਜਿਹੜਾ ਗਗਨਦੀਪ ਦੀ ਤੁਸੀਂ ਗੱਲ ਕਰਦੇ ਹੋ, ਉਹਨੂੰ ਅਸਤੀਫਾ ਦੇ ਕੇ ਨਹੀਂ ਸੀ ਹੋਣਾ ਚਾਹੀਦਾ ਜੇ ਉਹ ਸੱਚਮੁੱਚ ਜੇ ਕਿਸਾਨਾਂ ਦਾ ਹਤੈਸ਼ੀ ਹੈ ਤਾਂ? ਪਹਿਲੀ ਗੱਲ ਤਾਂ ਪੰਜਾਬ ਤੋਂ ਹੋ ਕੇ ਪੰਜਾਬ 'ਚ ਮਾਹੌਲ ਆ ਜਿਹੜਾ ਬੀਜੇਪੀ ਜਿਹੜੀ ਹੈ ਉਹ ਮੇਨ ਆਰਐਸਐਸ ਦੀ ਅੱਗੇ ਵਿੰਗ ਆ ਬੀਜੇਪੀ, ਤਾਂ ਆਰਐਸਐਸ ਕੰਮ ਕਰਦੀ ਹੈ ਜਿਹੜੀ ਭਗਵਾਂ ਕਰਨ ਤੇ, ਤਾਂ ਉਹ ਸਿੱਖਾਂ ਦਾ ਪੁੱਤ ਹੋ ਕੇ ਪਹਿਲਾਂ ਤਾਂ ਆਰਐਸਐਸ ਦੇਵੇਗਾ, ਤਿੱਬਤ ਸੰਚਾਲਨ ਮੰਚ ਦਾ ਜਿਹੜਾ ਆਗੂ ਬਣਿਆ ਤੇ ਉਹਨਾਂ ਨੇ ਸਿੱਖੀ ਦੀ ਪਿੱਠ 'ਚ ਛੁਰਾ ਮਾਰਿਆ। ਉਦੋਂ ਅੱਗੇ ਆ ਗਏ ਕਿਸਾਨ,
ਤਾਂ ਜਦੋਂ ਕਿਸਾਨਾਂ ਦੀ ਗੱਲ ਆਈ, ਕਿਸਾਨ ਦਾ ਪੁੱਤ ਬਣ ਕੇ ਜੇ ਉਹਨੇ ਲੜਨਾ ਸੀ ਤਾਂ ਉਦੋਂ ਉਹ ਬੀਜੇਪੀ ਦਾ ਹੋ ਗਿਆ। ਜਦੋਂ ਮਲੋਟ ਦੇ ਵਿੱਚ ਰੈਲੀ ਹੁੰਦੀ ਆ, ਅਸੀਂ ਟਰੈਕ ਤੇ ਬੈਠੇ ਆ, ਉਹ ਮਲੋਟ ਦੇ ਵਿੱਚ ਵੱਖਰੀ ਲੱਖੋਵਾਲ ਦਾ ਲੋਗੋ ਲਾ ਕੇ, ਲੱਖੋਵਾਲ ਦੇ ਝੰਡੇ ਲਾ ਕੇ ਉਹਨੇ ਰੈਲੀ ਕੀਤੀ ਆ। ਔਰ ਜਿਹੜੀ ਚਾਹ ਹੈ, ਚਾਹ ਜਾ ਕੇ ਬੀਜੇਪੀ ਤੋਂ ਪੀਤੀ ਆ। ਭਾਈ ਜੇ ਚਾਹ ਬੀਜੇਪੀ ਤੋਂ ਪੀਣੀ ਆ, ਪਕੌੜੇ ਬੀਜੇਪੀ ਤੋਂ ਖਾਣੇ ਆ, ਤੇ ਆਗੂ ਵੀ ਬੀਜੇਪੀ ਦਾ ਰਹੇ। ਇਸ ਕਰਕੇ ਅਸੀਂ ਜਿਹੜੇ ਮੁਕਤਸਰ ਦੇ ਖਾਸ ਕਰਕੇ ਮਲੋਟ ਬਲਾਕ ਦੇ ਜਿਹੜੇ ਕਿਸਾਨ ਆ, ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹੋ ਜਿਹੇ ਜਿਹੜੇ ਗਦਾਰ ਆਗੂ ਉਹਨਾਂ ਤੋਂ ਕਿਨਾਰਾ ਕੀਤਾ ਜਾਵੇ। ਇਹੋ ਜਿਹੇ ਜਿਹੜੇ ਗਦਾਰ ਆਗੂ ਉਹਨਾਂ ਤੋਂ ਕਿਨਾਰਾ ਕੀਤਾ ਜਾਵੇ। ਇਹਨਾਂ ਨੇ ਦੋਸ਼ ਲਾਇਆ ਗਗਨਦੀਪ ਸਿੰਘ ਜਿਹੜਾ ਕਬਰ ਵਾਲਾ ਤੋਂ ਸੀਗਾ, ਉਹ ਬੀਜੇਪੀ ਨਾਲ ਜੁੜਿਆ ਹੋਇਆ ਅੰਦਰ ਖਾਤੇ, ਇਹਨਾਂ ਦਾ ਦੋਸ਼ ਹੈ। ਗੱਲ ਕਰਦੇ ਹਾਂ। ਹਾਂਜੀ, ਕੀ ਨਾਂ ਜੀ ਆਪਣਾ, ਕਿਹੜੀ ਯੂਨੀਅਨ ਨਾਲ ਸੰਬੰਧ ਰੱਖਦੇ? ਮੈਂ ਜਗਦੇਵ ਸਿੰਘ ਕਾਨਿਆਵਾਲੀ, ਸਕੱਤਰ ਜਨਰਲ ਪੰਜਾਬ ਭਾਰਤੀ ਕਿਸਾਨ ਯੂਨੀਅਨ ਕਾਦੀਆਂ। ਅਸੀਂ ਕਾਦੀਆਂ ਜਥੇਬੰਦੀ ਜਿਹੜੀ ਉਹ ਪਹਿਲਾਂ ਅੱਜ ਤੋਂ 3 ਸਾਲ ਪਹਿਲਾਂ ਜਦੋਂ ਲੱਖੋਵਾਲ ਚੇਅਰਮੈਨੀ ਦਾ ਨਜ਼ਾਰੇ ਲੈਂਦਾ ਸੀ, ਉਦੋਂ ਅਸੀਂ ਉਹਨਾਂ ਨੂੰ ਵਕ ਕੀਤਾ ਸੀ। ਅਸੀਂ ਉਹਦੇ ਤੋਂ ਲਾਇਆ ਸੀ, ਅਸੀਂ ਵੱਖਰੀ ਜਥੇਬੰਦੀ ਤਿਆਰ ਕਰਤੀ ਸੀ। ਇਹਦੇ 'ਚ ਕੁਝ ਲੋਕ ਫੇਰ ਸਿਆਸੀ ਲਾਭ ਲੈਣ ਦੀ ਮਾਰੇ, ਜਿਵੇਂ ਇਹ ਗਗਨਦੀਪ ਦੀ ਗੱਲ ਚੱਲੀ ਹੈ, ਤੇ ਬੀਜੇਪੀ ਦੇ ਵਿਰੋਧ ਦੇ ਵਿੱਚ ਅੱਜ ਥਾਂ ਥਾਂ ਧਰਨੇ ਮੁਜ਼ਾਹਰੇ ਹੋ ਰਹੇ ਆ, ਤੇ ਉਸੇ ਜਥੇਬੰਦੀ ਦਾ ਇੱਕ ਕਿਸਾਨ ਜਥੇਬੰਦੀ ਦਾ ਵੀ ਆਗੂ ਬਣ ਜੇ, ਤੇ ਉਸ ਸਿਆਸੀ ਪਾਰਟੀ ਦਾ ਵੀ ਆਗੂ ਹੋਵੇ, ਤੇ ਉਹ ਤੋਂ ਕਿਸਾਨ ਕੀ ਆਸ ਰੱਖ ਸਕਦੇ ਹਨ? ਇਹ ਤਾਂ ਤੁਹਾਨੂੰ ਪਤਾ ਜੀ। ਇਹ ਜਿਹੜਾ ਸੰਘਰਸ਼ ਤੁਸੀਂ ਚੱਲ ਰਿਹਾ ਹੈਗਾ, ਅਗਲਾ ਪ੍ਰੋਗਰਾਮ ਕੀ ਹੈ? ਅੱਜ ਦਾ ਪ੍ਰੋਗਰਾਮ ਤਾਂ 2 ਵਜੇ ਤੱਕ ਤੁਸੀਂ ਰਸਤਾ ਜਾਮ ਕਰਨਾ ਸੀਗਾ। ਅਗਲਾ ਪ੍ਰੋਗਰਾਮ ਜਿਹੜਾ ਦਿਸ਼ਾ ਨਿਰਦੇਸ਼ ਤੁਹਾਨੂੰ ਕਿੱਥੋਂ ਆਉਂਦੇ ਆ, ਤੇ ਅਗਲਾ ਪ੍ਰੋਗਰਾਮ ਕੀ ਹੈ? ਅਸੀਂ 31 ਜਥੇਬੰਦੀਆਂ, ਉਹਦੇ ਚੋਂ 31ਵੀਂ ਸਸਪੈਂਡ ਕੀਤੀ ਹੈ। 30 ਜਥੇਬੰਦੀਆਂ ਅਸੀਂ ਪਰਸੋਂ ਕਿਸਾਨ ਭਵਨ ਚੰਡੀਗੜ੍ਹ ਮੀਟਿੰਗ ਕੀਤੀ ਹੈ। ਉਹਦੇ 'ਚ ਅਗਲਾ 15 ਤਰੀਕ ਤੱਕ ਅਸੀਂ ਰੇਲ ਰੋਕੋ ਪ੍ਰੋਗਰਾਮ ਦਾ ਸੱਦਾ ਦਿੱਤਾ। ਸਾਰੀਆਂ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਅਸੀਂ 15 ਤੱਕ ਉੱਥੇ ਰੇਲਾਂ ਜਾਮ ਰੱਖਾਂਗੇ। ਤੇ ਜਦੋਂ ਜੇ ਸਰਕਾਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਤਾਂ ਇਹਨੂੰ ਅਸੀਂ ਅਗਲਾ ਰੂਪ 15 ਤਰੀਕ ਦੀ ਚੰਡੀਗੜ੍ਹ ਫੇਰ ਕਿਸਾਨ ਭਵਨ ਮੀਟਿੰਗ ਹੈ, ਉੱਥੇ ਮੀਟਿੰਗ ਕਰਕੇ ਅਗਲਾ ਰੂਪ ਰੇਖਾ ਤਿਆਰ ਕਰਾਂਗੇ। ਪਰ ਸੰਘਰਸ਼ ਜਾਰੀ ਰਹੂਗਾ ਜਿੰਨਾ ਚਿਰ ਇਹ ਆਰਡੀਨੈਂਸ ਰੱਦ ਨਹੀਂ ਹੁੰਦੇ, ਇਹਨੂੰ ਅਸੀਂ ਠੰਡਾ ਨਹੀਂ ਪੈਣ ਦਿੰਦੇ। ਜਿੰਨਾ ਚਿਰ ਆਰਡੀਨੈਂਸ ਜਿਹੜੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਰੱਦ ਨਹੀਂ ਕਰਦੀ, ਉਹਨਾਂ ਚਿਰ ਕਿਸਾਨਾਂ ਦਾ ਸੰਘਰਸ਼ ਜਾਰੀ ਰਹੂਗਾ। ਸਾਡੇ ਨਾਲ ਹੋਰ ਵੀ ਕਿਸਾਨ ਆਗੂ ਨੇ। ਕੀ ਨਾਮ ਬਾਈ ਜੀ ਤੁਹਾਡਾ, ਤੇ ਕਿਹੜਾ ਗਰੁੱਪ ਆ? ਗੁਰਜੰਟ ਸਿੰਘ ਜੀ ਕਾਦੀਆਂ, ਤੇ ਜਨਰਲ ਸੈਕਟਰ ਮਲੋਟ ਬਲਾਕ ਜਨਰਲ ਸੈਕਟਰੀ ਬਾਮ ਪਿੰਡ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਪ੍ਰੋਟੈਸਟ ਬਾਰੇ, ਜਾਂ ਜਿਹੜਾ ਚੱਲ ਰਿਹਾ ਸੰਘਰਸ਼ ਉਹਦੇ ਬਾਰੇ? ਤੁਹਾਡੀ ਕੀ ਰਾਏ? ਜਿਹੜਾ ਅੱਜ ਦਾ ਹੁਣ ਬੰਦ ਹੈ ਜੀ, ਇਹ ਤਾਂ ਕਿਸਾਨਾਂ ਦੇ, ਹਰਿਆਣੇ ਦੇ ਕਿਸਾਨਾਂ ਦੇ ਲਾਠੀਚਾਰਜ ਹੋਇਆ, ਉਹਨਾਂ ਦੇ ਵਿਦਰੋਹ ਵਿੱਚ, ਗੁੱਸੇ ਵਿੱਚ ਇਹ ਸਾਰੇ ਪੰਜਾਬ ਦੇ ਵਿੱਚ ਹਾਈਵੇ ਜਾਮ ਕੀਤੇ ਹੈ, ਕਿਉਂਕਿ ਕਿਸਾਨਾਂ ਤੇ ਅਤਿਆਚਾਰ ਨਾ ਕੀਤਾ ਜਾਵੇ ਔਰ ਇਹਨਾਂ ਦੀ ਆਵਾਜ਼ ਨੂੰ ਦਬਾਇਆ ਨਾ ਜਾਵੇ, ਆਵਾਜ਼ ਸੁਣੀ ਜਾਵੇ। ਨੰਬਰ 2 ਜੀ, ਜਿਹੜਾ ਸੰਘਰਸ਼ ਹੈ ਸਾਡੀ ਜਿਵੇਂ ਸਾਡੀ ਲੀਡਰਸ਼ਿਪ ਸਾਨੂੰ ਹਦਾਇਤਾਂ ਦਿੰਦੀ ਹੈ, ਇਹਨੂੰ ਹੋਰ ਤਿੱਖਾ ਕੀਤਾ ਜਾਊਗਾ। ਇੱਕ ਹੋਰ ਬੇਨਤੀ ਕੀਤੀ ਜਾਂਦੀ ਹੈ ਵੀ ਕਿਸਾਨਾਂ ਦੀ ਨਰਮੇ ਦੀ ਲੁੱਟ ਵੀ ਬਹੁਤ ਹੋਈ ਜਾਂਦੀ ਹੈ ਇਸ ਇਲਾਕੇ ਦੇ ਵਿੱਚ, ਉਹ ਨਰਮੇ ਦੀ ਲੁੱਟ ਵੀ ਬੰਦ ਕੀਤੀ ਜਾਵੇ, CCI ਪੂਰੀ ਖਰੀਦ ਕਰੇ, ਕਿਉਂਕਿ ਕਾਫੀ ਨੁਕਸਾਨ ਹੋਈ ਜਾਂਦਾ ਜ਼ਿਮੀਂਦਾਰ ਦਾ। ਤੇ ਬਾਕੀ ਜਿਹੜੇ ਆ ਤਾਂ ਆਰਡੀਨੈਂਸ ਪਾਸ ਕੀਤੇ ਆ, ਇਹ ਤਾਂ ਜਮਾਂ ਹੀ ਮੌਤ ਦੇ ਵਾਰੰਟ ਜਾਰੀ ਕਰਤੇ ਕਿਸਾਨਾਂ ਦੇ। ਇਸ ਕਰਕੇ ਹੋ ਸਕਦਾ ਹੈ ਸਾਨੂੰ ਕੋਈ ਸ਼ਹੀਦੀਆਂ ਦੇਣੀਆਂ ਪੈਣ ਤਾਂ ਅਸੀਂ ਉਹ ਵੀ ਦੇਵਾਂਗੇ। ਕਿਸਾਨ ਜਿਹੜੇ ਹੈਗੇ ਆ ਕਰੋ ਜਾਂ ਮਰੋ ਦੀ ਨੀਤੀ ਤੇ ਚੱਲ ਰਹੇ ਨੇ। ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਅੱਜ ਤਕੋਨੀ ਚੌਂਕ ਮਲੋਟ ਵਿਖੇ ਪ੍ਰਦਰਸ਼ਨ ਹੋ ਰਿਹਾ। ਸਾਡੇ ਨਾਲ ਅਸੀਂ ਇੱਕ ਜਥੇਬੰਦੀ ਮੈਡੀਕਲ ਪ੍ਰੋਟੈਕਸ਼ਨ ਐਸੋਸੀਏਸ਼ਨ ਜਿਹੜੀ ਹੈਗੀ ਆ ਬਲਾਕ ਮਲੋਟ ਦੇ ਸਮੂਹ ਡਾਕਟਰ ਜਿਹੜੇ ਹੈਗੇ ਆ, ਜੋ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਆਮ ਗਰੀਬ ਲੋਕਾਂ ਨੂੰ ਸਸਤੀਆਂ ਜਾਣੀ ਕਿ ਸਿਹਤ ਸੇਵਾਵਾਂ ਦਿੰਦੇ ਨੇ, ਉਹ ਵੀ ਅੱਜ ਕਿਸਾਨਾਂ ਦੇ ਹੱਕ ਵਿੱਚ ਖੜੇ ਨੇ। ਤੇ ਅੱਜ ਪੂਰਾ ਜਿਹੜੀ ਕਿ ਜੱਥਾ ਜਿਹੜਾ ਬਲਾਕ ਦੇ ਪੂਰੇ ਜਿਹੜੇ ਡਾਕਟਰ ਨੇ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਨੇ। ਸਾਡੇ ਨਾਲ ਜਗਬੀਰ ਸਿੰਘ ਜੀ ਨੇ। ਹਾਂਜੀ ਬਾਈ ਜੀ, ਕੀ ਤੁਹਾਡੀ ਹਮਾਇਤ ਕਿਸਾਨਾਂ ਦੇ ਸੰਘਰਸ਼ ਨੂੰ ਹੈ, ਕਿਸ ਤਰ੍ਹਾਂ ਦਾ ਉਹਨਾਂ ਨਾਲ ਤੁਸੀਂ ਸਹਿਯੋਗ ਕਰੋਗੇ? ਅਸੀਂ ਵੇਖੋ ਜੀ ਸਿਰ ਧੜ ਦੀ ਲਾਈ ਹੋਈ ਆ ਸਰਕਾਰਾਂ ਦੇ ਨਾਲ, ਪਹਿਲਾਂ ਵੀ ਆ, ਤੁਸੀਂ ਵੇਖਿਆ ਹੀ ਆ ਪਿਛਲੇ ਕਰੋਨਾ ਦੇ ਦੌਰਾਨ ਵੀ ਵੱਡੇ ਹਸਪਤਾਲਾਂ ਵਾਲੇ ਵੀ ਸੀ ਜਿਹੜੇ ਉਹ ਆਪਣੇ ਜਿੰਦਰੇ ਲਾ ਕੇ ਭੱਜ ਗਏ ਸੀ। ਸਾਡੇ ਜਿਹੜੇ ਆ ਯੋਧੇ ਨੇ ਇਹਨਾਂ ਨੇ ਉਸ ਸਥਿਤੀ ਨੂੰ ਵੀ ਸਾਂਭਿਆ। ਉਹਦੇ SDM ਸਾਹਿਬ ਨੇ ਸਾਡੇ ਕੋਲੋਂ ਕਰੋਨਾ ਦੇ ਵਾਸਤੇ ਟੈਸਟ ਕਰਨ ਵਾਸਤੇ ਮੰਗੇ ਸੀ, ਅਸੀਂ 31 ਬੰਦੇ ਵੀ ਦਿੱਤੇ ਵੀ ਤੁਸੀਂ ਸਾਨੂੰ ਟ੍ਰੇਨਿੰਗ ਦਿਓ। ਅਸੀਂ ਹਰ ਜੰਗ ਜਿਸ ਤਰ੍ਹਾਂ ਸਰਕਾਰ ਦੇ ਨਾਲ ਜਿਹੜੀਆਂ ਲੋਕਾਂ ਦੇ ਹੱਕ ਵਿੱਚ ਨੀਤੀਆਂ ਨੇ ਉਹਦੇ ਨਾਲ ਖਲੋ ਕੇ ਲੋਕਾਂ ਦੇ ਵਾਸਤੇ ਅਸੀਂ ਲੜਾਂਗੇ। ਤੇ ਜਿੱਥੇ ਲੋਕ ਮਾਰੂ ਨੀਤੀਆਂ ਨੇ ਸਰਕਾਰ ਦੀਆਂ, ਉੱਥੇ ਅਸੀਂ ਲੋਕਾਂ ਦੇ ਨਾਲ ਖੜ ਕੇ ਹਰ ਤਰ੍ਹਾਂ ਦੀ ਜਿਹੜਾ ਸੰਘਰਸ਼ ਲੜਨ ਨੂੰ ਤਿਆਰ ਆ, ਕਿਉਂਕਿ ਜਿਹੜੀਆਂ ਇਹ ਕਾਰਪੋਰੇਟ ਘਰਾਣੇ ਨੇ
ਇਹ ਲੋਕਾਂ ਦੇ ਮੂੰਹ ਦੇ ਵਿੱਚ ਰੋਜੀ ਰੋਟੀ ਖੋਹਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਜਿਹੜੀ ਅਸੀਂ ਕੋਸ਼ਿਸ਼ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦਾਂਗੇ। ਬੇਸ਼ੱਕ ਸਾਨੂੰ ਜਾਨਾਂ ਲੈਣੀਆਂ ਪਈਆਂ ਜਾਂ ਜਾਨਾਂ ਦੇਣੀਆਂ ਪਈਆਂ ਤੇ ਅਸੀਂ ਪਰਵਾਹ ਨਹੀਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਵੀ ਕਿਸਾਨਾਂ ਨੂੰ ਹਮਾਇਤ ਦਿੱਤੀ ਗਈ ਹੈ ਤੇ ਐਲਾਨ ਕੀਤਾ ਗਿਆ ਜਿੱਥੋਂ ਤੱਕ ਇਹਨਾਂ ਦਾ ਸੰਘਰਸ਼ ਚੱਲਿਆ ਤੇ ਇਹਨਾਂ ਦਾ ਹਰ ਹਾਲਤ ਵਿੱਚ ਸਹਿਯੋਗ ਕੀਤਾ ਜਾਊਗਾ। ਅਸੀਂ ਗੱਲ ਕਰਾਂਗੇ। ਹਾਂਜੀ ਬਾਈ ਜੀ, ਕੀ ਨਾਂ ਤੁਹਾਡਾ ਜੀ? ਮੈਂ ਜੀ ਮਲੋਟ ਬਲਾਕ ਦਾ ਜਨਰਲ ਸਕੱਤਰ ਡਾਕਟਰ ਬਲਬੀਰ ਸਿੰਘ। ਬਲਵੀਰ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਸੰਘਰਸ਼ ਨੂੰ? ਕਿਉਂਕਿ ਤੁਸੀਂ ਬਹੁਤ ਸੰਘਰਸ਼ ਕੀਤਾ ਹੈਗਾ। ਸਰਕਾਰਾਂ ਨੇ ਤੁਹਾਡੇ ਨਾਲ ਵਾਅਦੇ ਕੀਤੇ ਸੀ, ਰਜਿਸਟ੍ਰੇਸ਼ਨ ਜਿਹੜੀ ਤੁਹਾਡੀ ਹੈ ਉਹ ਖੋਲ੍ਹਣ ਦੀ ਗੱਲ ਕੀਤੀ ਸੀ, ਪਰ ਨਹੀਂ ਉਹ ਗੱਲ ਕੀਤੀ ਬਣੀ। ਉਹ ਸਰਕਾਰਾਂ ਆਪਦੇ ਵਾਅਦੇ ਤੋਂ ਮੁੱਕਰਦੀਆਂ ਨੇ। ਇਸ ਸੰਘਰਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਸ ਤਰ੍ਹਾਂ ਦੀ ਹਮਾਇਤ ਕਰੋਗੇ? ਜਿਸ ਤਰ੍ਹਾਂ ਸਾਰੇ ਵਰਗਾਂ ਵੱਲੋਂ ਹੀ ਕਿਸਾਨਾਂ ਦੀ ਹਮਾਇਤ 'ਚ ਇਹਨਾਂ ਦੇ ਅੰਦੋਲਨ 'ਚ ਭਾਗ ਲਿਆ ਜਾ ਰਿਹਾ ਹੈ। ਦਿਲੋਂ ਮਦਦ ਕਰ ਰਹੇ, ਕਿਸੇ ਦੇ ਕਹਿਣ ਨਾਲ ਨਹੀਂ, ਦਿਲੋਂ ਮਦਦ ਹੋ ਰਹੀ ਉਹਨਾਂ ਦੀ, ਦਿਲੋਂ ਅਸੀਂ ਉਹਨਾਂ ਦੀ ਹਮਾਇਤ ਕਰ ਰਹੇ ਹਾਂ। ਤੇ ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਰਕਾਰਾਂ ਹਿੱਲੀਆਂ ਪਈਆਂ, ਪਹਿਲਾਂ ਹੀ ਉਹਨਾਂ ਚੂਲਾਂ ਹਿੱਲੀਆਂ ਪਈਆਂ ਤੇ ਜਿੱਤ ਹਮੇਸ਼ਾ ਹੋਊਗੀ। ਨਾਲੇ ਖਾਸ ਤੌਰ ਤੇ ਜਦੋਂ ਪੰਜਾਬ ਤੋਂ ਆਪਾਂ ਗੱਲ ਚੱਲਦੀ ਹੈ, ਕੋਈ ਵੀ ਐਜੀਟੇਸ਼ਨ ਹੋਈ ਹੈ, ਪੰਜਾਬੀਆਂ ਨੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਤੇ ਸਰਕਾਰਾਂ ਨੂੰ ਝੁਕਣਾ ਪਿਆ। ਇਹ ਵੀ ਝੁਕਣਾ ਪਊ ਉਹਨਾਂ ਨੂੰ। ਸਰਕਾਰਾਂ ਨੂੰ ਝੁਕਣਾ ਪਊਗਾ, ਝੁਕਣ ਲਈ ਮਜਬੂਰ ਕੀਤਾ ਜਾਊਗਾ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ, ਕਿਸਾਨ ਨੇ, ਆਮ ਕਿਸਾਨ ਹੈ ਜਿਹੜਾ, ਉਹ ਸਭ ਤੋਂ ਪਹਿਲਾਂ ਸਿਹਤ ਸਹੂਲਤਾਂ ਲਈ ਇਹਨਾਂ ਡਾਕਟਰਾਂ ਦੇ ਕੋਲ ਜਾਂਦਾ ਜਿੱਥੋਂ ਉਹਨੂੰ ਸਸਤੀਆਂ ਸਿਹਤ ਸਹੂਲਤਾਂ ਮਿਲਦੀਆਂ ਨੇ ਅਤੇ ਉਹਨਾਂ ਨੂੰ ਯਾਨੀ ਕਿ ਪੂਰਾ ਸਹਿਯੋਗ ਪਿੰਡਾਂ 'ਚ ਪਹਿਲਾਂ ਹੀ ਦਿੱਤਾ ਜਾ ਰਿਹਾ ਸਿਹਤ ਸੇਵਾਵਾਂ ਦੇ ਕੇ। ਅਤੇ ਹੁਣ ਜਿਹੜਾ ਸੰਘਰਸ਼ ਚੱਲ ਰਿਹਾ ਹੈਗਾ ਉਹਦੇ ਵਿੱਚ ਵੀ ਇਹ ਪੂਰਨ ਤੌਰ ਤੇ ਸਹਿਯੋਗ ਕਰ ਰਿਹਾ ਹੈ। ਹਰਿਆਣਾ ਦੇ ਵਿੱਚ ਲਾਠੀਚਾਰਜ ਹੋਇਆ ਕਿਸਾਨਾਂ ਤੇ, ਉਹਦੇ ਵਿਰੋਧ ਵਿੱਚ ਜਥੇਬੰਦੀਆਂ ਵੱਲੋਂ ਇਹ ਪ੍ਰੋਗਰਾਮ ਦਿੱਤਾ ਗਿਆ ਸੀ ਤੇ ਇੱਥੇ ਸੰਬੋਧਨ ਕਰਨ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਸਾਬਕਾ SHO ਕ੍ਰਿਸ਼ਨ ਲਾਲ ਜੀ। ਉਹਨਾਂ ਨਾਲ ਗੱਲ ਕਰਦੇ ਆ। ਚੌਧਰੀ ਸਾਹਿਬ, ਕੀ ਇਹ ਜਿਹੜਾ ਹੈਗਾ ਸੰਘਰਸ਼ ਹੈ ਇਹ ਕੀ ਰੁਖ ਅਖਤਿਆਰ ਕਰੂਗਾ? ਕੀ ਸੁਚੇਤ ਹੋਣਾ ਚਾਹੀਦਾ ਹੈ ਜਥੇਬੰਦੀਆਂ ਨੂੰ? ਬਿਲਕੁਲ ਜੀ, ਸੁਚੇਤ ਹੋਣਾ ਚਾਹੀਦਾ ਸਾਰੇ ਜਥੇਬੰਦੀਆਂ ਨੂੰ। ਇਹਨਾਂ ਨੂੰ ਵੇਖਣਾ ਚਾਹੀਦਾ ਹੈ ਕਿ BJP ਦਾ ਕੋਈ ਕਾਰਕੁਨ ਤਾਂ ਨਹੀਂ, ਆਪਣੇ ਕੋਈ ਪ੍ਰਧਾਨ ਬੈਠਾ, ਕੋਈ ਛੋਟੇ ਅਹੁਦਿਆਂ ਤੇ ਜਾਂ ਵੱਡੇ ਅਹੁਦਿਆਂ ਤੇ ਉਹਨਾਂ ਨੂੰ ਘੋਖ ਕਰ ਲੈਣੀ ਚਾਹੀਦੀ ਹੈ। ਜਿਵੇਂ ਹੁਣ ਆਪਣੇ ਹਲਕੇ ਦਾ ਹੀ ਇੱਕ ਨਿਕਲਿਆ ਇੱਥੋਂ, ਇਹ ਢਾਲ ਲਾਉਣ ਵਾਲੀ ਗੱਲ ਸੀ ਨਾ, ਜੇ ਨਾ ਪਤਾ ਲੱਗਦਾ ਤਾਂ ਢਾਲ ਲੱਗੀ ਗਈ ਸੀ। ਇਸ ਕਰਕੇ ਤੁਸੀਂ ਮੈਨੂੰ ਆਮ ਆਦਮੀ ਦਾ ਵਲੰਟੀਅਰ ਤਾਂ ਕਹਿਤਾ, ਪਰ ਮੈਂ ਪੁੱਛਦਾ ਵੀ ਆਮ ਆਦਮੀ ਦਾ ਕਿਹੜਾ ਬੰਦਾ ਜੀ ਯਾਰ? ਮੈਂ ਇੱਥੇ ਇਹ ਤਾਂ ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਕੀਤਾ, ਸਿਆਸੀ ਪਾਰਟੀ ਦਾ ਕੋਈ ਬੰਦਾ ਯਾਨੀ ਕਿ ਇੱਥੇ ਨਹੀਂ ਆਊਗਾ। ਜੇ ਕਿਸੇ ਨੇ ਆਉਣਾ ਸਾਡਾ ਹਮਦਰਦ ਬਣ ਕੇ ਆਵੇ। ਇਸ ਲਈ ਇੱਕ ਦੋ ਬੁਲਾਰੇ ਆਮ ਆਦਮੀ ਪਾਰਟੀ ਦੇ ਬੋਲ ਕੇ ਵੀ ਗਏ ਆ, ਪਰ ਉਹ ਆਮ ਕਿਸਾਨ ਬਣ ਕੇ ਬੋਲ ਕੇ ਗਏ। ਜਿਵੇਂ ਤੁਸੀਂ ਵੀ ਇੱਕ ਐਜ ਏ ਸਪੋਰਟਰ ਬਣ ਕੇ ਬੋਲਿਆ, ਨਾ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਕਰਕੇ ਬੋਲਿਆ ਹੈਗਾ। ਠੀਕ ਹੈ ਜੀ। ਇਸ ਤਰ੍ਹਾਂ ਜੀ ਵੀ ਜਿਹੜਾ ਆਰਡੀਨੈਂਸ ਬਿੱਲ ਹੈ, ਜਿਹੜਾ ਕਿਸਾਨਾਂ ਦੇ ਹਰ ਤਬਕੇ ਦੇ ਖਿਲਾਫ ਜਿਹੜਾ ਇਹ ਇਹਨਾਂ ਨੇ ਬਿੱਲ ਤੇ ਸਾਈਨ ਹੋਏ ਹੈ, ਇਹ ਹਰ ਤਬਕੇ ਦੇ ਛੋਟੇ ਤੋਂ ਉੱਪਰ ਤੱਕ ਸਾਰਿਆਂ ਦੇ ਖਿਲਾਫ ਹੈ। ਮੈਂ ਇੱਕ ਬੇਨਤੀ ਕਰੂੰਗਾ BJP ਦੇ ਕਾਰਕੁਨਾਂ ਨੂੰ ਵੀ ਆਹ ਭੰਗੜੇ ਬੰਦ ਕਰੋ, ਠੀਕ ਹੈ ਨਾ। ਤੇ ਜਿਹੜਾ ਪੰਜਾਬ ਦੇ ਲੋਕ ਹੈ ਨਾ, ਕਿਸਾਨ ਹੈ, ਕੋਈ ਮਜ਼ਦੂਰ ਹੈ, ਕੋਈ ਵੀ ਹੈ, ਇਹ ਲੋਕ ਇਹੋ ਜਿਹੇ ਹੈ, ਪੰਜਾਬ ਦੇ ਸੂਰਵੀਰ ਲੋਕ ਹੈ। ਪਰ ਮੈਂ BJP ਵਾਲਿਆਂ ਨੂੰ ਇਹੀ ਗੱਲ ਕਹਿਣਾ ਵੀ ਆਹ ਜਿਹੜਾ ਤੁਸੀਂ ਭੰਗੜੇ ਬੰਦ ਕਰ ਦਿਓ, ਕਿਉਂਕਿ ਤੁਸੀਂ ਇੱਕ ਤਾਂ ਜ਼ਖਮ ਦੇਤੇ ਸਾਨੂੰ ਕਿਸਾਨਾਂ ਨੂੰ, ਇੱਕ ਤੁਸੀਂ ਉਹਦੇ ਤੇ ਨੂਣ ਭੋਕਣ ਦਾ ਕੰਮ ਕਰ ਰਹੇ ਹੋ। ਇਹ ਬੰਦ ਕਰੋ, ਪੰਜਾਬ ਦੇ ਹਾਲਾਤਾਂ ਨੂੰ ਖਰਾਬ ਨਾ ਕਰੋ, ਕਿਉਂਕਿ ਪੰਜਾਬ ਨੇ 1982 ਤੋਂ ਲੈ ਕੇ ਤੇ 95 ਤੱਕ ਇੰਨਾ ਸੰਤਾਪ ਹੋ ਗਿਆ। ਉਹਨਾਂ ਦਿਨਾਂ ਨੂੰ ਯਾਦ ਨਾ ਕਰੋ, ਕਿਉਂਕਿ ਜੇ ਤੁਸੀਂ ਕਹਿ ਦਿਓ ਕਿ ਇਹਨਾਂ 'ਚ ਜਜ਼ਬਾ ਬੜਾ ਹੈ, ਤੇ ਮੈਂ ਇੱਕ ਚੀਜ਼ ਅੱਜ ਹੋਰ ਮੰਗ ਕਰੂੰਗਾ ਵੀ ਜਦੋਂ ਕਿਤੇ ਮੋਦੀ ਦਾ ਪੁਤਲਾ ਸਾੜਨਾ, ਆਪਾਂ ਕਿਸਾਨਾਂ ਨੂੰ ਮੇਰੀ ਬੇਨਤੀ ਹੈ, ਕਿਤੇ ਵੀ ਮੋਦੀ ਦਾ ਪੁਤਲਾ ਸਾੜਦੇ ਹੋ ਤੇ ਇਹਦੀ ਔਕਾਤ ਦਿਖਾਉਣ ਵਾਸਤੇ ਇੱਕ ਕੇਤਲੀ ਜ਼ਰੂਰ ਲੈ ਆਇਆ ਕਰੋ ਬਣਾ ਕੇ, ਉਹਨੂੰ ਵੀ ਸਾੜੋ ਨਾਲ। ਕਿਉਂਕਿ ਇੱਕ ਗਲਾਸ ਧੋਣ ਵਾਲਾ ਬੰਦਾ ਤੁਸੀਂ ਇੰਡੀਆ ਦੀ ਵਾਗਡੋਰ ਫੜਾਤੀ, ਉਹਦਾ ਦਿਮਾਗ ਤਾਂ ਖਰਾਬ ਹੋਊਗਾ ਹੀ। ਇਸ ਕਰਕੇ ਕਿਸਾਨਾਂ ਦੇ ਨਾਲ ਖੜੇ ਆ ਜੀ। ਕੱਲ ਮੇਰਾ ਖਿਆਲ ਵੀ 4-5 ਧਰਨੇ ਆ ਪੰਜਾਬ ਦੇ ਵਿੱਚ, ਕੋਈ ਮੇਨ ਧਰਨਾ ਨਹੀਂ ਬਚਿਆ ਜਿੱਥੇ ਮੈਂ ਨਾ ਗਿਆ ਹੋਵਾਂ। ਪਰਸੋਂ ਚੌਥੇ ਅਸੀਂ ਲੱਖਾ ਬਾਈ ਸਧਾਣੇ ਨੇ ਰਿਲਾਇੰਸ ਮਾਲ ਖੋਲ੍ਹਿਆ, ਆਪਣੇ ਘੇਰਿਆ ਹੋਇਆ, ਉੱਥੇ ਕੱਲ ਗਏ ਸੀ। ਤੇ ਮੈਂ ਜਿਹੜੇ ਸਾਡੇ ਪਾਰਟੀ ਦੇ ਜਿਹੜੇ ਅਹੁਦੇਦਾਰ ਹੈ, ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਤਾਂ ਕੁਝ ਕਰਨਾ ਨਹੀਂ ਯਾਰ। ਤੁਸੀਂ ਨਾ ਤਾਂ ਕੋਈ ਰਿਲਾਇੰਸ ਪੰਪ ਘੇਰਨਾ ਹੈ, ਨਾ ਤੁਸੀਂ ਰਿਲਾਇੰਸ ਮਾਲ ਘੇਰਨਾ ਹੈ। ਫਿਰ ਯਾਰ ਪ੍ਰਾਪੋਗੰਡਾ ਚੌਧਰੀ ਦਾ ਕਿਉਂ ਕਰਦੇ ਵੀ ਚੌਧਰੀ ਉੱਥੇ ਬੋਲੀ ਜਾਂਦਾ? ਮੈਂ ਤਾਂ ਯਾਰ ਕਿਸਾਨਾਂ ਦੇ ਹੱਕ 'ਚ ਜਾਣਾ ਹੈ, ਮੈਂ ਇੱਕ ਆਮ ਬੰਦਾ ਹੋ ਕੇ ਜਾਣਾ, ਕੋਈ ਮੈਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ। ਇਸ ਕਰਕੇ ਮੈਂ ਇਹਨਾਂ ਵਰਕਰਾਂ ਨੂੰ ਤੇ ਇਹਨਾਂ ਅਹੁਦੇਦਾਰਾਂ ਨੂੰ ਵੀ ਅੱਜ ਬੇਨਤੀ ਕਰੂੰਗਾ
ਕਿ ਪ੍ਰੋਟੋਕਾਲ ਤੁਸੀਂ ਕਹਿੰਦੇ ਤੋੜ ਰਿਹਾ ਵੀ ਚੌਧਰੀ ਪ੍ਰੋਟੋਕਾਲ ਕਾਹਦਾ ਤੋੜਦਾ ਹੈ? ਕਿਸਾਨਾਂ ਦੇ ਹੱਕ 'ਚ ਜਾਣਾ ਮੈਂ ਪ੍ਰੋਟੋਕਾਲ ਟੁੱਟਦਾ ਹੈ? ਜੇ ਮੈਂ ਨਸ਼ੇ ਦੇ ਖਿਲਾਫ ਬੋਲਦਾ ਕੀ ਪ੍ਰੋਟੋਕਾਲ ਤੁਸੀਂ ਕੀ ਕਹਿੰਦੇ ਵੀ ਨਸ਼ਾ ਵਿਕੇ ਪੰਜਾਬ 'ਚ, ਉਹ ਵੀ ਪ੍ਰੋਟੋਕਾਲ? ਜੇਕਰ ਮੈਂ ਕਰਪਸ਼ਨ ਦੇ ਖਿਲਾਫ ਬੋਲਦਾ ਤਾਂ ਤੁਸੀਂ ਕਹਿੰਦੇ ਪ੍ਰੋਟੋਕਾਲ, ਫਿਰ ਪ੍ਰੋਟੋਕਾਲ ਹੈ ਕੀ ਯਾਰ? ਤਾਂ ਸਾਡੇ ਨਾਲ ਕ੍ਰਿਸ਼ਨ ਲਾਲ ਜੀ ਸੀਗੇ ਜਿਨ੍ਹਾਂ ਨੇ ਬਖੂਬੀ ਆਪਦੀਆਂ ਗੱਲਾਂ ਵੀ ਕੀਤੀਆਂ ਤੇ ਪਾਰਟੀ ਆਮ ਆਦਮੀ ਪਾਰਟੀ ਦੇ ਜਿਹੜੀਆਂ ਕਮੀਆਂ ਨੇ ਸੰਘਰਸ਼ ਨੂੰ ਲੈ ਕੇ ਨਹੀਂ ਬੋਲ ਰਹੀ, ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਸਹੀ ਨਹੀਂ ਹੈਗਾ। ਇਹਨਾਂ ਨੇ ਫੇਸਬੁੱਕ ਤੇ ਲਾਈਵ ਹੋ ਕੇ ਕੇਜਰੀਵਾਲ ਨੂੰ ਜੰਤਰ ਮੰਤਰ ਤੇ ਕਿਸਾਨਾਂ ਦੇ ਹੱਕ ਵਿੱਚ ਬੈਠਣ ਦੀ ਅਪੀਲ ਵੀ ਕੀਤੀ ਹੈ। ਕੈਮਰਾ ਪਰਸਨ ਅਮਨਦੀਪ ਸਿੰਘ ਦੇ ਨਾਲ ਹਰਦੀਪ ਸਿੰਘ ਖਾਲਸਾ, ਪ੍ਰਾਈਮ ਪੰਜਾਬ ਨਿਊਜ਼ ਮਲੋਟ।